ਮੇਰੇ ਪਤੀ ਅਮਿਤ ਇੱਕ ਬਹੁਤ ਹੀ ਜ਼ਿੰਮੇਦਾਰ ਆਦਮੀ ਸੀ, ਪਰ ਉਹ ਕਦੇ ਵੀ ਮੇਰੇ ਉੱਪਰ ਪੂਰੀ ਤਰ੍ਹਾਂ ਭਰੋਸਾ ਨਹੀਂ ਕਰਦੇ ਸੀ ਅਤੇ ਇਸ ਗੱਲ ਤੋਂ ਮੈਨੂੰ ਚਿੜ ਹੁੰਦੀ ਸੀ। ਇੱਕ ਦਿਨ ਦੀ ਗੱਲ ਹੈ, ਸਫਾਈ ਕਰਦਿਆਂ ਮੈਂ ਉਹਨਾਂ ਦੇ ਅਲਮਾਰੀ ਤੱਕ ਆਈ ਅਤੇ ਉੱਥੋਂ ਇੱਕ ਫਾਈਲ ਨੀਚੇ ਗਿਰ ਗਈ। ਜਦੋਂ ਮੈਂ ਉਹ ਫਾਈਲ ਚੁੱਕ ਕੇ ਉੱਪਰ ਰੱਖਣ ਲੱਗੀ ਤਾਂ ਉਹ ਇੰਜ ਫੁਰਤੀ ਨਾਲ ਭੱਜੇ ਆਏ ਜਿਵੇਂ ਮੇਰੇ ਕੋਲੋਂ ਕੁਝ ਲੁਕੋ ਰਹੇ ਹੋਣ। ਉਹਨਾਂ ਨੇ ਮੇਰੇ ਹੱਥਾਂ ਵਿੱਚੋਂ ਫਾਈਲ ਖੋਹ ਲਈ ਅਤੇ ਅਲਮਾਰੀ ਵਿੱਚ ਰੱਖ ਕੇ ਜਿੰਦਾ ਲਗਾ ਦਿੱਤਾ। ਮੈਂ ਗੁੱਸੇ ਵਿੱਚ ਕਿਹਾ, ਅਮਿਤ ਕੀ ਹੋ ਗਿਆ ਹੈ? ਮੈਨੂੰ ਪਤਾ ਹੈ ਆਫਿਸ ਦੀ ਚੀਜ਼ ਹੈ, ਪਰ ਇਸ ਵਿੱਚ ਅਜਿਹਾ ਵੀ ਕੀ ਹੈ ਜੋ ਤੁਸੀਂ ਮੇਰੇ ਤੋਂ ਲੁਕੋ ਰਹੇ ਹੋ? ਤਾਂ ਉਹਨਾਂ ਨੇ ਕਿਹਾ, ਖਬਰਦਾਰ ਜੇਕਰ ਤੂੰ ਅੱਗੇ ਤੋਂ ਮੇਰੀ ਅਲਮਾਰੀ ਜਾਂ ਮੇਰੇ ਹੋਰ ਕਿਸੇ ਸਮਾਨ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ। ਮੈਂ ਚਿੜ ਕੇ ਕਿਹਾ, ਮੈਨੂੰ ਕੀ ਲੋੜ ਹੈ ਤਲਾਸ਼ੀ ਲੈਣ ਦੀ, ਅਤੇ ਜੇਕਰ ਲੈ ਵੀ ਲਵਾਂ ਤਾਂ ਇਸ ਵਿੱਚ ਕੀ ਬੁਰਾਈ ਹੈ? ਮੈਂ ਤੁਹਾਡੀ ਪਤਨੀ ਹਾਂ, ਤੁਹਾਡੇ ਉੱਪਰ ਮੇਰਾ ਕੁਝ ਤਾਂ ਹੱਕ ਹੈ ਜਾਂ ਨਹੀਂ? ਮੇਰੀ ਗੱਲ ਸੁਣ ਕੇ ਉਹ ਵੀ ਗੁੱਸੇ ਵਿੱਚ ਬੋਲੇ। ਮੈਂ ਕਿਹਾ, ਨਾ, ਅੱਗੇ ਤੋਂ ਮੇਰੀ ਅਲਮਾਰੀ ਤੱਕ ਆਉਣ ਦੀ ਕੋਸ਼ਿਸ਼ ਵੀ ਨਾ ਕਰੀਂ, ਨਹੀਂ ਤਾਂ। ਉਹ ਇਹ ਗੱਲ ਕਹਿੰਦੇ ਕਹਿੰਦੇ ਰੁਕ ਗਏ। ਮੈਂ ਵੀ ਕਿਹਾ, ਕੀ ਨਹੀਂ ਤਾਂ? ਕੀ ਕਰੋਗੇ ਤੁਸੀਂ? ਤਾਂ ਉਹਨਾਂ ਨੇ ਕਿਹਾ, ਮੈਂ ਤੇਰੇ ਤੋਂ ਤਲਾਕ ਲੈ ਲਵਾਂਗਾ ਅਤੇ ਤੈਨੂੰ ਹੱਥ ਫੜ ਕੇ ਇਸ ਘਰ ਵਿੱਚੋਂ ਕੱਢ ਦੇਵਾਂਗਾ। ਅਮਿਤ ਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮੈਂ ਕਿਹਾ, ਇੱਕ ਮਾਮੂਲੀ ਜਿਹੀ ਫਾਈਲ ਕਰਕੇ ਤੁਸੀਂ ਮੇਰੇ ਤੋਂ ਤਲਾਕ ਚਾਹੁੰਦੇ ਹੋ? ਮੈਂ ਰੋਣ ਲੱਗੀ। ਅਮਿਤ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ, ਹਾਂ, ਤਲਾਕ ਲੈ ਲਵਾਂਗਾ ਜੇਕਰ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਈ। ਫਿਰ ਮੈਂ ਵੀ ਕਿਹਾ, ਠੀਕ ਹੈ, ਅਜਿਹੇ ਇਨਸਾਨ ਨਾਲ ਮੈਂ ਇੱਕ ਦਿਨ ਵੀ ਨਹੀਂ ਰਹਿ ਸਕਦੀ ਜੋ ਇੰਨੀ ਛੋਟੀ ਗੱਲ ਕਰਕੇ ਮੈਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦੇਵੇ। ਇਹ ਕਹਿ ਕੇ ਮੈਂ ਕਮਰੇ ਵਿੱਚੋਂ ਚਲੀ ਗਈ। ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ, ਪਰ ਮਜਾਲ ਹੈ ਕਿ ਅਮਿਤ ਮੇਰੇ ਕੋਲ ਆਇਆ ਹੋਵੇ, ਉਸਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਮੈਨੂੰ ਰੋਕਿਆ ਹੋਵੇ। ਉਹ ਆਪਣੇ ਕਮਰੇ ਵਿੱਚ ਬੈਠਾ ਆਪਣਾ ਕੰਮ ਕਰਦਾ ਰਿਹਾ। ਮੈਂ ਰੋਂਦੀ ਰਹੀ, ਆਪਣੇ ਪਾਪਾ ਦੇ ਘਰ ਜਾਣ ਬਾਰੇ ਸੋਚ ਰਹੀ ਸੀ। ਥੋੜੀ ਦੇਰ ਬਾਅਦ ਉਹ ਰੋਟੀ ਖਾਣ ਬਾਹਰ ਆਇਆ ਤਾਂ ਮੈਂ ਉਸਦੇ ਨਾਲ ਖਾਣਾ ਖਾਣ ਲਈ ਮੇਜ਼ 'ਤੇ ਨਹੀਂ ਬੈਠੀ। ਮੈਂ ਆਪਣਾ ਸਮਾਨ ਪੈਕ ਕਰਨ ਲੱਗੀ। ਮੈਂ ਸੋਚਿਆ ਕਿ ਸ਼ਾਇਦ ਅਮਿਤ ਮੈਨੂੰ ਕੁਝ ਕਹੇਗਾ, ਮੇਰੇ ਤੋਂ ਮਾफ़ੀ ਮੰਗੇਗਾ, ਮੈਨੂੰ ਰੋਕ ਲਵੇਗਾ, ਪਰ ਉਸਨੇ ਤਾਂ ਜਿਵੇਂ ਦਿਲ 'ਤੇ ਪੱਥਰ ਰੱਖ ਲਿਆ ਸੀ। ਮੈਂ ਆਪਣਾ ਸਮਾਨ ਪੈਕ ਕਰ ਲਿਆ ਸੀ ਅਤੇ ਉਹ ਬਸ ਮੇਰੇ ਵੱਲ ਵੇਖਦਾ ਰਿਹਾ। ਮੈਂ ਆਪਣਾ ਅਟੈਚੀ ਬਾਹਰ ਲਿਆਈ, ਪਰ ਉਹ ਖਾਣਾ ਖਾਣ ਤੋਂ ਬਾਅਦ ਵੀ ਆਪਣੇ ਫ਼ੋਨ 'ਤੇ ਹੀ ਬਿਜੀ ਰਿਹਾ। ਮੈਂ ਵੀ ਹੁਣ ਘਮੰਡ ਦੇ ਰਸਤੇ 'ਤੇ ਪੈਰ ਰੱਖ ਚੁੱਕੀ ਸੀ। ਮੇਰੇ ਲਈ ਪਿੱਛੇ ਹਟਣਾ ਔਖਾ ਸੀ। ਮੈਂ ਗੱਡੀ ਵਿੱਚ ਬੈਠ ਕੇ ਆਪਣੇ ਮਾਂ-ਬਾਪ ਦੇ ਘਰ ਚਲੀ ਗਈ। ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ। ਦਰਵਾਜ਼ਾ ਮੇਰੀ ਮੰਮੀ ਨੇ ਖੋਲ੍ਹਿਆ। ਉਹ ਮੇਰੀਆਂ ਲਾਲ ਅੱਖਾਂ ਵੇਖ ਕੇ ਸਮਝ ਗਈ ਸੀ ਕਿ ਜ਼ਰੂਰ ਕੋਈ ਗੱਲ ਹੋਈ ਹੈ। ਅਮਿਤ ਨੇ ਜ਼ਰੂਰ ਕੁਝ ਕਿਹਾ ਹੋਵੇਗਾ। ਮੰਮੀ ਮੇਰੇ ਪਿੱਛੇ ਆਈ ਅਤੇ ਮੈਨੂੰ ਪੁੱਛਣ ਲੱਗੀ। ਮੈਂ ਕਿਹਾ, ਨਹੀਂ ਮੰਮੀ, ਉਹ ਤਾਂ ਠੀਕ ਹੈ, ਬਸ ਮੈਂ ਹੀ ਪਾਗਲ ਹਾਂ। ਆਪਣੀ ਔਕਾਤ ਤੋਂ ਵੱਧ ਕੇ ਉਹਨਾਂ ਤੋਂ ਉਮੀਦ ਲਗਾ ਲੈਂਦੀ ਹਾਂ। ਇਹ ਸੁਣ ਕੇ ਮੇਰੀ ਮੰਮੀ ਵੀ ਪਰੇਸ਼ਾਨ ਹੋ ਗਈ। ਸ਼ਾਮ ਨੂੰ ਜਦੋਂ ਪਾਪਾ ਆਏ ਤਾਂ ਮੈਂ ਉਹਨਾਂ ਨੂੰ ਵੀ ਇਹ ਗੱਲ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਪਾਪਾ ਨੂੰ ਪਹਿਲਾਂ ਤਾਂ ਗੁੱਸਾ ਆਇਆ ਅਤੇ ਉਹ ਕਹਿਣ ਲੱਗੇ, ਉਸ ਦੀ ਹਿੰਮਤ ਕਿਵੇਂ ਹੋਈ ਕਿ ਉਹ ਤੈਨੂੰ ਇੰਨੀ ਗੱਲ ਕਹੇ? ਮੈਂ ਕੱਲ੍ਹ ਹੀ ਉਸ ਨਾਲ ਗੱਲ ਕਰਾਂਗਾ। ਜੇਕਰ ਉਹ ਨਹੀਂ ਮੰਨਦਾ ਤਾਂ ਬੇਫਿਕਰ ਹੋ ਕੇ ਉਸ ਨੂੰ ਤਲਾਕ ਦੇ ਦੇਵੀਂ। ਸਾਨੂੰ ਅਜਿਹੇ ਇਨਸਾਨ ਦੀ ਕੋਈ ਜ਼ਰੂਰਤ ਨਹੀਂ ਹੈ ਜਿਸ ਦਾ ਕੋਈ ਭਰੋਸਾ ਹੀ ਨਾ ਹੋਵੇ। ਪਾਪਾ ਦੀ ਗੱਲ ਤਾਂ ਠੀਕ ਸੀ, ਪਰ ਇੰਨਾ ਸਮਾਂ ਇਕੱਠੇ ਰਹਿਣ ਤੋਂ ਬਾਅਦ ਆਪਣੇ ਪਤੀ ਨੂੰ ਛੱਡਣਾ ਮੇਰੇ ਲਈ ਬਹੁਤ ਔਖਾ ਸੀ। ਸ਼ਾਮ ਨੂੰ ਮੇਰੇ ਪਤੀ ਦਾ ਫੋਨ ਆ ਗਿਆ। ਉਹ ਮੇਰੇ ਤੋਂ ਮਾफ़ੀ ਮੰਗ ਰਿਹਾ ਸੀ। ਉਹ ਕਹਿਣ ਲੱਗਿਆ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਗੁੱਸੇ ਵਿੱਚ ਮੈਂ ਅਜਿਹਾ ਕਹਿ ਦਿੱਤਾ, ਹੁਣ ਅਜਿਹਾ ਕਦੇ ਨਹੀਂ ਕਰਾਂਗਾ, ਬਸ ਇੱਕ ਵਾਰ ਮੈਨੂੰ ਮਾफ़ ਕਰ ਦੇ। ਉਹਨਾਂ ਦੀ ਗੱਲ 'ਤੇ ਮੈਂ ਵੀ ਯਕੀਨ ਕਰ ਲਿਆ। ਮੈਂ ਸਮਝ ਰਹੀ ਸੀ ਕਿ ਉਹ ਮੈਨੂੰ ਲੈਣ ਮੇਰੇ ਘਰ ਆਵੇਗਾ, ਪਰ ਉਹਨਾਂ ਨੇ ਇੱਕ ਹੋਰ ਹੀ ਕੰਮ ਕਰ ਦਿੱਤਾ। ਉਹ ਕਹਿਣ ਲੱਗੇ, ਮੈਨੂੰ ਕੰਮ ਦੇ ਸਿਲਸਿਲੇ ਵਿੱਚ ਕੁਝ ਦਿਨਾਂ ਲਈ ਬਾਹਰ ਜਾਣਾ ਹੋਵੇਗਾ, ਇਸ ਲਈ ਤੂੰ ਇੱਥੇ ਇਕੱਲੀ ਰਹੇਂਗੀ। ਇਸ ਤੋਂ ਚੰਗਾ ਹੈ ਕਿ ਤੂੰ ਆਪਣੇ ਮਾਂ-ਬਾਪ ਦੇ ਘਰ ਹੀ ਰਹਿ ਲੈ। ਮੈਂ ਤੈਨੂੰ 1 ਮਹੀਨੇ ਬਾਅਦ ਲੈਣ ਆਵਾਂਗਾ। ਅਮਿਤ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਕੁਝ ਸ਼ੱਕ ਜਿਹਾ ਹੋਣ ਲੱਗਿਆ। ਆਖਿਰ ਅਜਿਹੀ ਕਿਹੜੀ ਗੱਲ ਹੋ ਸਕਦੀ ਸੀ? ਮੈਨੂੰ ਤਾਂ ਲੱਗਣ ਲੱਗਿਆ ਸੀ ਕਿ ਅਮਿਤ ਨੇ ਜਾਣ-ਬੁੱਝ ਕੇ ਮੈਨੂੰ ਘਰ ਤੋਂ ਜਾਣ ਲਈ ਮਜਬੂਰ ਕੀਤਾ ਹੋਵੇਗਾ, ਨਹੀਂ ਤਾਂ ਕੋਈ ਵੀ ਆਦਮੀ ਇੰਨੀ ਛੋਟੀ ਜਿਹੀ ਗੱਲ 'ਤੇ ਤਲਾਕ ਸ਼ਬਦ ਦਾ ਇਸਤੇਮਾਲ ਨਹੀਂ ਕਰਦਾ। ਮੈਂ ਚੁੱਪ ਹੋ ਗਈ,
ਪਰ ਅਗਲੇ ਦਿਨ ਉਹਨਾਂ ਦਾ ਦੁਬਾਰਾ ਫੋਨ ਆਇਆ ਅਤੇ ਉਹ ਕਹਿਣ ਲੱਗੇ, ਤੇਰੇ ਮਾਂ-ਬਾਪ ਦੇ ਘਰ ਵਿੱਚ ਕੋਈ ਕੰਮ ਵਾਲੀ ਨਹੀਂ ਹੈ। ਮੈਂ ਅਜਿਹਾ ਕਰਦਾ ਹਾਂ ਕਿ ਆਪਣੇ ਆਫਿਸ ਤੋਂ ਇੱਕ ਕੁੜੀ ਭਿਜਵਾ ਦਿੰਦਾ ਹਾਂ। ਵਿਆਹ ਤੋਂ ਪਹਿਲਾਂ ਉਹ ਇਹੀ ਕੰਮ ਕਰਦੀ ਸੀ। ਹੁਣ ਉਸ ਦਾ ਵਿਆਹ ਹੋ ਗਿਆ ਹੈ, ਇਸ ਲਈ ਮੈਂ ਉਸ ਨੂੰ ਕੰਮ ਤੋਂ ਹਟਾ ਦਿੱਤਾ ਸੀ। ਪਰ ਮੈਂ ਸਮਝਦਾ ਹਾਂ ਕਿ ਤੈਨੂੰ ਹੁਣ ਕੰਮ ਵਾਲੀ ਦੀ ਜ਼ਰੂਰਤ ਹੈ ਜੋ ਤੇਰਾ ਖਿਆਲ ਰੱਖ ਸਕੇ। ਆਖਰ ਫੁੱਲ ਨੂੰ ਤਾਂ ਖਿਆਲ ਦੀ ਜ਼ਰੂਰਤ ਹੁੰਦੀ ਹੈ ਨਾ। ਅਮਿਤ ਦੀਆਂ ਇਹਨਾਂ ਗੱਲਾਂ ਨਾਲ ਮੇਰਾ ਦਿਲ ਬਾਗੋ ਬਾਗ ਹੋ ਗਿਆ ਸੀ। ਮੈਨੂੰ ਲੱਗਣ ਲੱਗਿਆ ਜਿਵੇਂ ਮੇਰੇ ਤੋਂ ਖੁਸ਼ਕਿਸਮਤ ਔਰਤ ਇਸ ਦੁਨੀਆ ਵਿੱਚ ਕੋਈ ਹੈ ਹੀ ਨਹੀਂ। ਅਗਲੇ ਦਿਨ ਉਹਨਾਂ ਨੇ ਇੱਕ ਕੰਮ ਵਾਲੀ ਨੂੰ ਮੇਰੇ ਮਾਂ-ਬਾਪ ਦੇ ਘਰ ਭੇਜ ਦਿੱਤਾ। ਸਾਡੇ ਘਰ ਵਿੱਚ ਕੋਈ ਕੰਮ ਵਾਲੀ ਨਹੀਂ ਸੀ। ਮੰਮੀ ਪਾਪਾ ਜ਼ਿਆਦਾ ਅਮੀਰ ਤਾਂ ਨਹੀਂ ਸਨ ਕਿ ਉਹ ਕਿਸੇ ਕੰਮ ਵਾਲੀ ਨੂੰ ਰੱਖ ਸਕਦੇ। ਬੜੀ ਮੁਸ਼ਕਿਲ ਨਾਲ ਘਰ ਦਾ ਖਰਚਾ ਚੱਲ ਰਿਹਾ ਸੀ। ਖੈਰ, ਉਸ ਦਿਨ ਸ਼ਾਮ ਨੂੰ ਇੱਕ ਔਰਤ ਸਾਡੇ ਘਰ ਆ ਗਈ, ਪਰ ਉਸ ਦੀ ਉਮਰ 30 ਸਾਲ ਤੋਂ ਜ਼ਿਆਦਾ ਨਹੀਂ ਹੋਵੇਗੀ। ਉਹ ਪੜ੍ਹੀ ਲਿਖੀ ਅਤੇ ਖੂਬਸੂਰਤ ਕੁੜੀ ਸੀ। ਉਸਨੇ ਆਉਂਦੇ ਹੀ ਘਰ ਦਾ ਸਾਰਾ ਕੰਮ ਸੰਭਾਲ ਲਿਆ, ਪਰ ਮੈਨੂੰ ਉਸਦੇ ਆਉਣ ਦੀ ਕੋਈ ਖਾਸ ਖੁਸ਼ੀ ਨਹੀਂ ਹੋਈ ਕਿਉਂਕਿ ਉਸੇ ਵਕਤ ਮੇਰਾ ਭਾਈ ਬਿਮਾਰ ਹੋ ਗਿਆ। ਉਸ ਨੂੰ ਬੁਖਾਰ ਨੇ ਘੇਰ ਲਿਆ ਅਤੇ ਉਹ ਕੰਬਲ ਲੈ ਕੇ ਲੇਟ ਗਿਆ। ਅਸੀਂ ਸਭ ਉਸਦੇ ਕੋਲ ਬੈਠੇ ਸੀ ਕਿਉਂਕਿ ਉਹ ਮੇਰੇ ਮਾਂ-ਬਾਪ ਦੀਆਂ ਅੱਖਾਂ ਦਾ ਤਾਰਾ ਸੀ। ਭਾਵੇਂ ਉਹ ਇੱਕ ਵਾਰ BA ਵਿੱਚੋਂ ਫੇਲ ਹੋ ਚੁੱਕਿਆ ਸੀ ਅਤੇ 10ਵੀਂ ਵਿੱਚ ਵੀ 4 ਸਾਲ ਲਗਾ ਚੁੱਕਿਆ ਸੀ, ਜਿਸ ਕਰਕੇ ਉਸ ਨੂੰ ਨੌਕਰੀ ਨਹੀਂ ਮਿਲ ਰਹੀ ਸੀ। ਪਰ ਫਿਰ ਵੀ ਮੇਰੀ ਮੰਮੀ ਪਾਪਾ ਨੂੰ ਉਸ ਤੋਂ ਬਹੁਤ ਉਮੀਦਾਂ ਸਨ। ਇੱਕ ਦਿਨ ਪੂਰਾ ਲੰਘ ਗਿਆ, ਪਰ ਸੰਦੀਪ ਦਾ ਬੁਖਾਰ ਨਹੀਂ ਉਤਰਿਆ। ਅਸੀਂ ਸਭ ਪਰੇਸ਼ਾਨ ਸੀ ਕਿ ਕੀ ਕੀਤਾ ਜਾਵੇ। ਹੁਣ ਮੈਂ ਉਸ ਨੂੰ ਠੰਡੀਆਂ ਪੱਟੀਆਂ ਲਗਾਉਂਦੀ ਰਹੀ, ਜਿਸ ਨਾਲ ਉਸ ਦਾ ਬੁਖਾਰ ਤਾਂ ਉਤਰ ਗਿਆ, ਪਰ ਫਿਰ ਵੀ ਉਹ ਬਿਸਤਰੇ ਤੋਂ ਨਹੀਂ ਉੱਠਿਆ। ਉਹ ਖਾਣਾ ਵੀ ਉੱਥੇ ਹੀ ਖਾਂਦਾ ਸੀ ਅਤੇ ਆਪਣੇ ਕਮਰੇ ਨੂੰ ਜ਼ਿਆਦਾਤਰ ਬੰਦ ਰੱਖਦਾ। ਫਿਰ ਅਜਿਹੇ ਸਮੇਂ ਵਿੱਚ ਅਨੀਤਾ ਨੇ ਸਾਡੀ ਬਹੁਤ ਮਦਦ ਕੀਤੀ। ਉਹ ਘਰ ਦਾ ਖਾਣਾ ਬਣਾਉਂਦੀ ਤੇ ਸਾਫ਼ ਸਫਾਈ ਕਰਦੀ, ਪਰ ਮੈਂ ਦੇਖਿਆ ਕਿ ਉਸ ਦੀ ਮੇਰੇ ਭਾਈ ਨਾਲ ਨਹੀਂ ਬਣਦੀ। ਉਹ ਭਾਈ ਤੋਂ ਉਖੜੀ ਰਹਿੰਦੀ ਅਤੇ ਭਾਈ ਵੀ ਉਸ ਨੂੰ ਆਪਣੇ ਕਮਰੇ ਦੀ ਸਫਾਈ ਨਹੀਂ ਕਰਨ ਦਿੰਦਾ ਸੀ। ਬਹੁਤ ਦਿਨਾਂ ਤੋਂ ਉਹ ਪਰੇਸ਼ਾਨ ਅਤੇ ਬਿਮਾਰ ਸੀ। ਉਸ ਦੇ ਕਮਰੇ ਦੀ ਹਾਲਤ ਖਰਾਬ ਹੋ ਗਈ ਸੀ। ਮੈਂ ਅਨੀਤਾ ਨੂੰ ਆਪਣੇ ਨਾਲ ਲਿਆ ਅਤੇ ਭਾਈ ਦੇ ਕਮਰੇ ਵਿੱਚ ਆ ਗਈ। ਮੈਂ ਕਿਹਾ, ਵੀਰੇ, ਇੱਕ ਤਾਂ ਤੂੰ ਬਿਮਾਰ ਹੈ ਅਤੇ ਤੇਰੇ ਕਮਰੇ ਵਿੱਚ ਇੰਨਾ ਗੰਦ ਫੈਲਿਆ ਹੋਇਆ ਹੈ ਕਿ ਇਨਸਾਨ ਦੀ ਤਬੀਅਤ ਉਂਝ ਹੀ ਖਰਾਬ ਹੋ ਜਾਵੇ। ਤੂੰ ਆਪਣੇ ਕਮਰੇ ਦੀ ਸਫਾਈ ਕਿਉਂ ਨਹੀਂ ਕਰਵਾਉਂਦਾ? ਅਨੀਤਾ ਤਾਂ ਕਹਿ ਰਹੀ ਹੈ ਕਿ ਤੂੰ ਉਸ ਨੂੰ ਆਪਣੇ ਕਮਰੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੰਦਾ। ਮੇਰੀ ਗੱਲ ਸੁਣ ਕੇ ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਆਪਣਾ ਕੰਬਲ ਸੰਭਾਲਦੇ ਹੋਏ ਕਿਹਾ, ਹਾਂ, ਇਹੀ ਗੱਲ ਹੈ। ਮੈਂ ਆਪਣੇ ਕਮਰੇ ਦੀ ਸਫਾਈ ਆਪ ਕਰ ਲਵਾਂਗਾ। ਤੁਸੀਂ ਇੱਥੋਂ ਜਾਓ। ਆਪਣੇ ਭਾਈ ਨੂੰ ਇੱਕੋ ਜਗ੍ਹਾ ਬੈਠਾ ਦੇਖ ਕੇ ਮੇਰੀ ਪਰੇਸ਼ਾਨੀ ਵਿੱਚ ਵਾਧਾ ਹੋ ਰਿਹਾ ਸੀ, ਪਰ ਮੈਂ ਕੁਝ ਨਹੀਂ ਕਰ ਸਕਦੀ ਸੀ। ਅਨੀਤਾ ਬਹੁਤ ਦੇਰ ਤੱਕ ਬੈਠੀ ਇੱਧਰ ਉੱਧਰ ਦਾ ਮੁਆਇਨਾ ਕਰਦੀ ਰਹੀ। ਇੰਜ ਲੱਗ ਰਿਹਾ ਸੀ ਜਿਵੇਂ ਅਨੀਤਾ ਕਿਸੇ ਖਾਸ ਚੀਜ਼ ਬਾਰੇ ਪਤਾ ਕਰਨ ਆਈ ਹੋਵੇ, ਪਰ ਉਹ ਆਪਣੇ ਮੂੰਹ ਤੋਂ ਕੁਝ ਨਹੀਂ ਕਹਿ ਪਾ ਰਹੀ ਸੀ। ਉਸ ਦੀਆਂ ਨਜ਼ਰਾਂ ਕਾਂ ਦੀ ਤਰ੍ਹਾਂ ਇੱਧਰ ਉੱਧਰ ਘੁੰਮਦੀਆਂ ਰਹੀਆਂ। ਹੁਣ ਮੈਂ ਅਨੀਤਾ ਨੂੰ ਕਹਿ ਦਿੱਤਾ ਕਿ ਤੂੰ ਰਹਿਣ ਦੇ, ਮੈਂ ਆਪਣੇ ਭਾਈ ਦੇ ਕਮਰੇ ਦੀ ਸਫਾਈ ਆਪ ਕਰ ਲਵਾਂਗੀ। ਭਾਈ ਨੇ ਵੀ ਫਟਾਫਟ ਮੈਨੂੰ ਅਤੇ ਅਨੀਤਾ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਲਿਆ। ਮੈਂ ਮੰਮੀ ਕੋਲ ਆ ਕੇ ਬੈਠ ਗਈ ਅਤੇ ਕਹਿਣ ਲੱਗੀ, ਆਖਿਰ ਕੀ ਗੱਲ ਹੈ? ਸੰਦੀਪ ਨੇ ਆਪਣੇ ਕਮਰੇ ਨੂੰ ਹਰ ਵੇਲੇ ਬੰਦ ਹੀ ਕੀਤਾ ਹੁੰਦਾ ਹੈ, ਕਿਸੇ ਨਾਲ ਗੱਲ ਨਹੀਂ ਕਰਦਾ। ਉਸ ਨੂੰ ਕੀ ਪਰੇਸ਼ਾਨੀ ਹੈ? ਮੇਰੀ ਗੱਲ ਸੁਣ ਕੇ ਮੰਮੀ ਵੀ ਸੋਚਾਂ ਵਿੱਚ ਪੈ ਗਈ ਅਤੇ ਕਹਿਣ ਲੱਗੀ, ਮੈਨੂੰ ਲੱਗਦਾ ਹੈ ਮੇਰੇ ਬੇਟੇ ਤੇ ਕਿਸੇ ਨੇ ਜਾਦੂ ਕਰ ਦਿੱਤਾ ਹੈ। ਮੈਂ ਕਿਸੇ ਤਾਂਤਰਿਕ ਨਾਲ ਗੱਲ ਕਰਾਂਗੀ, ਉਹ ਜ਼ਰੂਰ ਕੋਈ ਨਾ ਕੋਈ ਹੱਲ ਦੱਸ ਦੇਵੇਗਾ। ਮੰਮੀ ਕਹਿਣ ਲੱਗੀ, ਉਹ ਕੱਲ੍ਹ ਮੈਨੂੰ ਨਾਲ ਲੈ ਕੇ ਇੱਕ ਤਾਂਤਰਿਕ ਬਾਬੇ ਕੋਲ ਜਾਵੇਗੀ। ਉਸੇ ਵੇਲੇ ਮੇਰੇ ਪਤੀ ਅਮਿਤ ਦਾ ਫੋਨ ਆ ਗਿਆ। ਉਹ ਹਾਲ ਚਾਲ ਪੁੱਛਣ ਲੱਗੇ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਦੀਆਂ ਹਰਕਤਾਂ ਕੁਝ ਅਜੀਬ ਜਿਹੀਆਂ ਹੋ ਗਈਆਂ ਹਨ। ਉਹ ਹਰ ਵੇਲੇ ਕੰਬਲ ਲੈ ਕੇ ਪਿਆ ਰਹਿੰਦਾ ਹੈ, ਕੋਈ ਗੱਲ ਨਹੀਂ ਕਰਦਾ। ਫਿਰ ਮੈਂ ਅਮਿਤ ਨੂੰ ਮੰਮੀ ਵਾਲੀ ਗੱਲ ਵੀ ਦੱਸ ਦਿੱਤੀ ਕਿ ਸ਼ਾਇਦ ਭਾਈ ਤੇ ਕਿਸੇ ਤਰ੍ਹਾਂ ਦਾ ਜਾਦੂ ਹੋਇਆ ਹੈ, ਇਸੇ ਲਈ ਉਹ ਮੰਜੇ 'ਤੇ ਪੈ ਗਿਆ ਹੈ। ਮੇਰੀ ਗੱਲ ਤੇ ਮੇਰੇ ਪਤੀ ਨੇ ਵੀ ਸਹਿਮਤੀ ਜਤਾਈ, ਹਾਲਾਂਕਿ ਉਹ ਅਜਿਹੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੇ ਸਨ। ਉਹ ਕਹਿਣ ਲੱਗੇ, ਤੂੰ ਪਰੇਸ਼ਾਨ ਨਾ ਹੋ, ਮੈਂ ਆਪਣੇ ਇੱਕ ਜਾਣ ਪਛਾਣ ਵਾਲੇ ਤਾਂਤਰਿਕ ਬਾਬੇ ਨੂੰ ਤੁਹਾਡੇ ਘਰ ਭੇਜ ਦੇਵਾਂਗਾ। ਉਹ ਤੇਰੇ ਭਾਈ ਦਾ ਇਲਾਜ ਕਰ ਦੇਵੇਗਾ। ਉਹ ਜ਼ਰੂਰ ਇਸ ਜਾਦੂ ਦਾ ਕੋਈ ਤੋੜ ਕੱਢ ਲਵੇਗਾ ਅਤੇ ਤੇਰਾ ਭਾਈ ਬਿਲਕੁਲ ਤੰਦਰੁਸਤ ਹੋ ਜਾਵੇਗਾ। ਉਸ ਕੋਲ ਪਹਿਲਾਂ ਵੀ ਅਜਿਹੇ ਕਈ ਕੇਸ ਆ ਚੁੱਕੇ ਹਨ, ਬਸ ਤੂੰ ਦੇਖਦੀ ਜਾ।
ਤਾਂਤਰਿਕ ਬਾਬਾ ਅਜਿਹਾ ਇਲਾਜ ਕਰੇਗਾ ਕਿ ਤੇਰੇ ਭਾਈ ਵਿੱਚ ਕੋਈ ਬਿਮਾਰੀ ਨਹੀਂ ਰਹੇਗੀ। ਮੇਰੇ ਪਤੀ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਵੀ ਉਮੀਦ ਜਾਗ ਗਈ। ਮੈਂ ਮੰਮੀ ਨੂੰ ਦੱਸਿਆ ਤਾਂ ਉਹ ਵੀ ਬਹੁਤ ਖੁਸ਼ ਹੋਈ, ਕਿਉਂਕਿ ਉਹਨਾਂ ਨੂੰ ਆਪਣੇ ਜਮਾਈ ਤੇ ਪੂਰਾ ਭਰੋਸਾ ਸੀ। ਸ਼ਾਮ ਨੂੰ ਸਾਡੇ ਘਰ ਦੇ ਦਰਵਾਜ਼ੇ ਦੀ ਬੈਲ ਵੱਜੀ। ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਨੌਜਵਾਨ ਮੁੰਡਾ ਖੜਾ ਸੀ। ਮੈਂ ਪੁੱਛਿਆ, ਤੁਸੀਂ ਕੌਣ ਹੋ? ਉਸਨੇ ਕਿਹਾ, ਮੇਰਾ ਨਾਮ ਬਲਦੇਵ ਹੈ ਅਤੇ ਮੈਂ ਇੱਕ ਤਾਂਤਰਿਕ ਹਾਂ। ਮੈਨੂੰ ਤੁਹਾਡੇ ਪਤੀ ਨੇ ਭੇਜਿਆ ਹੈ। ਮੈਂ ਤੁਹਾਡੇ ਭਾਈ ਸੰਦੀਪ ਦਾ ਇਲਾਜ ਕਰਨ ਆਇਆ ਹਾਂ। ਉਸ ਨੂੰ ਦੇਖ ਕੇ ਮੈਨੂੰ ਹੈਰਾਨੀ ਹੋਈ ਕਿ ਇੰਨੀ ਘੱਟ ਉਮਰ ਦਾ ਮੁੰਡਾ ਮੇਰੇ ਭਾਈ ਦਾ ਇਲਾਜ ਕਿਵੇਂ ਕਰੇਗਾ। ਉਹ ਤਾਂ ਆਪ ਮੇਰੇ ਭਾਈ ਦੀ ਉਮਰ ਦਾ ਸੀ। ਖੈਰ, ਅਮਿਤ ਨੇ ਕੁਝ ਸੋਚ ਕੇ ਹੀ ਉਸ ਨੂੰ ਭੇਜਿਆ ਹੋਵੇਗਾ। ਮੈਂ ਉਸ ਮੁੰਡੇ ਨੂੰ ਘਰ ਅੰਦਰ ਲੈ ਆਈ ਅਤੇ ਮੰਮੀ ਨੂੰ ਦੱਸਿਆ ਕਿ ਉਹ ਭਾਈ ਦਾ ਇਲਾਜ ਕਰਨ ਆਇਆ ਹੈ। ਅਸੀਂ ਉਸ ਮੁੰਡੇ ਨੂੰ ਸੰਦੀਪ ਦੇ ਕਮਰੇ ਵਿੱਚ ਲੈ ਗਏ। ਉਹ ਮੇਰੇ ਭਾਈ ਕੋਲ ਬੈਠ ਕੇ ਉਸ ਨੂੰ ਘੂਰ-ਘੂਰ ਕੇ ਵੇਖਣ ਲੱਗ ਗਿਆ ਅਤੇ ਫਿਰ ਇੱਕ ਝਟਕੇ ਨਾਲ ਉਸਨੇ ਮੇਰੇ ਭਾਈ ਦੇ ਸਰੀਰ ਤੋਂ ਕੰਬਲ ਖਿੱਚ ਲਿਆ, ਜਿਸ ਨੂੰ ਮੇਰੇ ਭਾਈ ਨੇ ਬਿਜਲੀ ਦੀ ਤੇਜ਼ੀ ਵਾਂਗ ਫਿਰ ਆਪਣੇ ਉੱਪਰ ਲਪੇਟ ਲਿਆ ਅਤੇ ਗੁੱਸੇ ਨਾਲ ਬੋਲਿਆ, ਤੂੰ ਮੇਰਾ ਇਲਾਜ ਕਰਨ ਆਇਆ ਹੈ ਜਾਂ ਤਹਿਕੀਕਾਤ? ਇਹ ਗੱਲ ਸੁਣ ਕੇ ਉਸ ਤਾਂਤਰਿਕ ਨੂੰ ਗੁੱਸਾ ਆ ਗਿਆ। ਉਸਨੇ ਮੰਮੀ ਨੂੰ ਕਿਹਾ, ਆਂਟੀ ਜੀ, ਇਸ ਦੇ ਕੰਬਲ ਵਿੱਚ ਪ੍ਰੇਤ ਹੈ। ਜਦੋਂ ਤੱਕ ਅਸੀਂ ਕੰਬਲ ਨਹੀਂ ਹਟਾਵਾਂਗੇ ਉਦੋਂ ਤੱਕ ਤੁਹਾਡਾ ਬੇਟਾ ਠੀਕ ਨਹੀਂ ਹੋਵੇਗਾ। ਇਹ ਸੁਣ ਕੇ ਮੇਰੇ ਭਾਈ ਦਾ ਰੰਗ ਲਾਲ ਹੋ ਗਿਆ। ਉਹ ਕਹਿਣ ਲੱਗਿਆ, ਅਜਿਹੀ ਕੋਈ ਗੱਲ ਨਹੀਂ ਹੈ ਮੰਮੀ, ਇਹ ਤਾਂਤਰਿਕ ਝੂਠ ਬੋਲ ਰਿਹਾ ਹੈ। ਮੇਰੇ ਕੰਬਲ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੈ ਅਤੇ ਜੇਕਰ ਹੁੰਦੀ ਤਾਂ ਮੈਂ ਤੁਹਾਨੂੰ ਆਪ ਦੱਸ ਦਿੰਦਾ। ਫਿਰ ਮੰਮੀ ਨੇ ਕਿਹਾ, ਤਾਂ ਬੇਟਾ ਤੂੰ ਤਸੱਲੀ ਲਈ ਇਹਨਾਂ ਨੂੰ ਕੰਬਲ ਹਟਾ ਕੇ ਦਿਖਾ ਦੇ ਤਾਂ ਜੋ ਇਹ ਉਸੇ ਹਿਸਾਬ ਨਾਲ ਇਲਾਜ ਕਰ ਸਕਣ। ਮੰਮੀ ਮੇਰੇ ਭਾਈ ਨੂੰ ਸਮਝਾ ਰਹੀ ਸੀ, ਪਰ ਉਸਨੇ ਕਿਹਾ ਮੈਂ ਜ਼ਹਿਰ ਖਾ ਕੇ ਮਰ ਜਾਵਾਂਗਾ, ਪਰ ਆਪਣਾ ਕੰਬਲ ਨਹੀਂ ਹਟਾਵਾਂਗਾ। ਖੈਰ, ਮੇਰੇ ਭਾਈ ਨੂੰ ਇਸੇ ਤਰ੍ਹਾਂ ਛੱਡ ਕੇ ਉਹ ਤਾਂਤਰਿਕ ਬਾਬਾ ਚਲਾ ਗਿਆ ਅਤੇ ਜਾਂਦਾ ਜਾਂਦਾ ਕਹਿਣ ਲੱਗਿਆ ਕਿ ਤੁਹਾਡੇ ਭਾਈ ਦਾ ਇਲਾਜ ਸਿਰਫ ਅਮਿਤ ਕੋਲ ਹੈ। ਇਹ ਗੱਲ ਸੁਣ ਕੇ ਅਸੀਂ ਹੈਰਾਨ ਹੋ ਗਏ ਕਿ ਆਖਿਰ ਮੇਰੇ ਪਤੀ ਕੋਲ ਅਜਿਹੀ ਕਿਹੜੀ ਬੂਟੀ ਹੈ ਜਿਸ ਦਾ ਨਾ ਡਾਕਟਰ ਨੂੰ ਪਤਾ ਹੈ ਅਤੇ ਨਾ ਹੀ ਕਿਸੇ ਵੈਦ ਨੂੰ। ਸ਼ਾਮ ਨੂੰ ਅਮਿਤ ਦਾ ਫੋਨ ਆ ਹੀ ਗਿਆ ਅਤੇ ਉਹ ਕਹਿਣ ਲੱਗੇ ਕਿ ਤੇਰੇ ਭਾਈ ਨੇ ਉਸ ਤਾਂਤਰਿਕ ਦੀ ਗੱਲ ਨਹੀਂ ਮੰਨੀ। ਉਹ ਤਾਂ ਦੱਸ ਰਿਹਾ ਸੀ ਕਿ ਤੇਰਾ ਭਾਈ ਬਹੁਤ ਬਦਤਮੀਜ਼ੀ ਕਰ ਰਿਹਾ ਸੀ, ਇਸ ਲਈ ਉਸ ਦਾ ਇਲਾਜ ਨਹੀਂ ਹੋ ਸਕਿਆ। ਮੈਂ ਕਿਹਾ, ਹਾਂਜੀ, ਸਾਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਅਸੀਂ ਉਸ ਦਾ ਇਲਾਜ ਕਿਵੇਂ ਕਰੀਏ। ਅਸੀਂ ਬਹੁਤ ਕੋਸ਼ਿਸ਼ ਕਰ ਚੁੱਕੇ ਹਾਂ, ਪਰ ਸਭ ਨਾਕਾਮ ਰਿਹਾ। ਉਹਨਾਂ ਨੇ ਕਿਹਾ, ਤੂੰ ਫਿਕਰ ਨਾ ਕਰ, ਮੈਂ ਸ਼ਾਮ ਨੂੰ ਤੁਹਾਡੇ ਘਰ ਆ ਰਿਹਾ ਹਾਂ। ਤੈਨੂੰ ਵੀ ਲੈਣ ਆਵਾਂਗਾ ਤੇ ਨਾਲ ਹੀ ਤੇਰੇ ਭਾਈ ਦਾ ਇਲਾਜ ਵੀ ਕਰਾਂਗਾ। ਸ਼ਾਮ ਨੂੰ ਜਦੋਂ ਉਹ ਘਰ ਆਏ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮੇਰਾ ਭਾਈ ਘਰ ਤੋਂ ਬਾਹਰ ਚਲਾ ਗਿਆ। ਜਾਂਦੇ ਜਾਂਦੇ ਉਸਨੇ ਆਪਣਾ ਕੰਬਲ, ਜੋ ਅਕਸਰ ਉਹ ਲਪੇਟ ਕੇ ਰੱਖਦਾ ਸੀ, ਅਲਮਾਰੀ ਵਿੱਚ ਰੱਖ ਦਿੱਤਾ ਅਤੇ ਫਿਰ ਬਾਹਰੋਂ ਜਿੰਦਾ ਲਗਾ ਦਿੱਤਾ। ਮੈਨੂੰ ਇਹ ਪਤਾ ਸੀ ਕਿ ਉਹ ਚਾਬੀ ਕਿੱਥੇ ਰੱਖਦਾ ਹੈ, ਪਰ ਉਸਨੂੰ ਨਹੀਂ ਪਤਾ ਸੀ ਕਿ ਇਸ ਗੱਲ ਬਾਰੇ ਮੈਂ ਜਾਣਦੀ ਹਾਂ। ਉਸ ਦੇ ਬਾਹਰ ਜਾਣ ਤੋਂ ਬਾਅਦ ਮੇਰੇ ਪਤੀ ਵੀ ਆ ਗਏ ਅਤੇ ਉਹਨਾਂ ਨੇ ਸੰਦੀਪ ਬਾਰੇ ਪੁੱਛਿਆ ਤਾਂ ਮੈਂ ਦੱਸ ਦਿੱਤਾ ਕਿ ਉਹ ਕਿਸੇ ਕੰਮ ਤੋਂ ਬਾਹਰ ਗਿਆ ਹੈ। ਮੇਰੇ ਪਤੀ ਨੇ ਕਿਹਾ, ਤੂੰ ਦੱਸ ਰਹੀ ਸੀ ਕਿ ਉਹ ਅਕਸਰ ਕੰਬਲ ਲਪੇਟ ਕੇ ਰੱਖਦਾ ਹੈ ਅਤੇ ਉਸਨੇ ਤਾਂਤਰਿਕ ਬਾਬੇ ਨੂੰ ਵੀ ਕੰਬਲ ਨਹੀਂ ਹਟਾਉਣ ਦਿੱਤਾ। ਸਾਰੇ ਮਸਲੇ ਦੀ ਜੜ ਉਹ ਕੰਬਲ ਹੀ ਹੈ। ਤੂੰ ਅਜਿਹਾ ਕਰ, ਮੈਨੂੰ ਆਪਣੇ ਭਾਈ ਦੇ ਕਮਰੇ ਵਿੱਚ ਲੈ ਚੱਲ। ਆਪਾਂ ਉਸ ਕੰਬਲ ਨੂੰ ਖੋਲ੍ਹ ਕੇ ਦੇਖਦੇ ਹਾਂ। ਜ਼ਰੂਰ ਉਸ ਵਿੱਚ ਅਜਿਹੀ ਕੋਈ ਚੀਜ਼ ਹੋਵੇਗੀ ਜਿਸ ਨੇ ਤੇਰੇ ਭਾਈ ਨੂੰ ਬਿਮਾਰ ਕੀਤਾ ਹੈ। ਅਮਿਤ ਦੀ ਗੱਲ ਵੀ ਗੌਰ ਕਰਨ ਵਾਲੀ ਸੀ। ਮੈਂ ਆਪਣੇ ਪਤੀ ਦੀ ਗੱਲ ਮੰਨ ਲਈ ਅਤੇ ਭਾਈ ਦੀ ਅਲਮਾਰੀ ਦੇ ਉੱਪਰੋਂ ਚਾਬੀ ਚੁੱਕ ਕੇ ਉਹਨਾਂ ਨੂੰ ਦੇ ਦਿੱਤੀ। ਉਹਨਾਂ ਨੇ ਆਪ ਅਲਮਾਰੀ ਦਾ ਜਿੰਦਾ ਖੋਲ੍ਹਿਆ ਅਤੇ ਕੰਬਲ ਉਤਾਰ ਕੇ ਨੀਚੇ ਰੱਖਿਆ। ਜਿਵੇਂ ਹੀ ਉਹਨਾਂ ਨੇ ਕੰਬਲ ਨੂੰ ਫਰਸ਼ 'ਤੇ ਰੱਖਿਆ ਤਾਂ ਉਸ ਵਿੱਚੋਂ ਕੁਝ ਮਹਿਸੂਸ ਜਿਹਾ ਹੋਣ ਲੱਗਿਆ। ਫਿਰ ਉਹਨਾਂ ਨੇ ਮੈਨੂੰ ਬਾਹਰ ਜਾਣ ਲਈ ਕਿਹਾ। ਮੈਂ ਕਿਹਾ, ਤੁਸੀਂ ਮੈਨੂੰ ਬਾਹਰ ਕਿਉਂ ਭੇਜ ਰਹੇ ਹੋ? ਉਹਨਾਂ ਨੇ ਕਿਹਾ ਕਿ ਬਾਹਰ ਜਾ, ਬਾਅਦ ਵਿੱਚ ਦੱਸਾਂਗਾ। ਉਹ ਗੁੱਸੇ ਵਿੱਚ ਸਨ। ਮੈਂ ਡਰ ਕੇ ਬਾਹਰ ਆ ਗਈ। ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਫਿਰ ਪਤਾ ਨਹੀਂ ਕੀ ਹੋਇਆ। ਥੋੜ੍ਹੀ ਦੇਰ ਬਾਅਦ ਦਰਵਾਜ਼ਾ ਖੁੱਲ੍ਹਿਆ ਤਾਂ ਉਹਨਾਂ ਦੇ ਹੱਥ ਵਿੱਚ ਇੱਕ ਕਾਲੇ ਰੰਗ ਦਾ ਥੈਲਾ ਸੀ, ਜਿਸ ਨੂੰ ਲੈ ਕੇ ਉਹ ਬਾਹਰ ਗੱਡੀ ਵਿੱਚ ਬੈਠ ਗਏ। ਮੈਂ ਹੈਰਾਨ ਪਰੇਸ਼ਾਨ ਸੀ ਕਿ ਆਖਿਰ ਅਜਿਹਾ ਕੀ ਹੋਇਆ। ਕੰਬਲ ਵਿੱਚ ਅਜਿਹਾ ਕੀ ਸੀ ਕਿ ਮੇਰੇ ਪਤੀ ਨੇ ਇੰਨੀ ਜਲਦਬਾਜ਼ੀ ਵਿੱਚ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਮੇਰਾ ਭਾਈ ਘਰ ਵਾਪਸ ਆ ਗਿਆ। ਆਉਂਦੇ ਹੀ ਉਸਨੇ ਅਲਮਾਰੀ ਖੋਲ੍ਹੀ ਅਤੇ ਕੰਬਲ ਨੂੰ ਗਾਇਬ ਦੇਖ ਕੇ ਉਹ ਸਾਡੇ ਸਾਰਿਆਂ ਉੱਪਰ ਗੁੱਸਾ ਹੋਣ ਲੱਗੇ। ਉਹ ਗੁੱਸੇ ਵਿੱਚ ਕਹਿਣ ਲੱਗਿਆ, ਮੇਰਾ ਕੰਬਲ ਕਿਸਨੇ ਚੁੱਕਿਆ ਹੈ, ਜਦੋਂ ਕਿ ਮੈਂ ਤੁਹਾਨੂੰ ਸਭ ਨੂੰ ਮਨਾ ਕੀਤਾ ਸੀ। ਆਪਣੇ ਭਾਈ ਦਾ ਗੁੱਸਾ ਦੇਖ ਕੇ ਮੈਂ ਘਬਰਾ ਗਈ, ਪਰ ਮੈਂ ਉਸਨੂੰ ਸੱਚ ਵੀ ਨਹੀਂ ਦੱਸ ਸਕਦੀ ਸੀ।
ਮੈਂ ਕਿਹਾ ਮੈਨੂੰ ਨਹੀਂ ਪਤਾ। ਉਹ ਇਸੇ ਤਰ੍ਹਾਂ ਗੁੱਸੇ ਵਿੱਚ ਇੱਧਰ ਉੱਧਰ ਭਟਕਦਾ ਰਿਹਾ। ਸ਼ਾਮ ਨੂੰ ਸਾਡੇ ਘਰ ਦਾ ਦਰਵਾਜ਼ਾ ਕਿਸੇ ਨੇ ਜ਼ੋਰ-ਜ਼ੋਰ ਨਾਲ ਖੜਕਾਇਆ। ਮੈਂ ਜਦ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪੁਲਿਸ ਖੜੀ ਸੀ। ਉਹਨਾਂ ਨੇ ਸਖਤੀ ਨਾਲ ਕਿਹਾ, ਸੰਦੀਪ ਨੂੰ ਬਾਹਰ ਬੁਲਾਓ। ਮੈਂ ਵੀ ਗੁੱਸੇ ਵਿੱਚ ਕਿਹਾ, ਕਿਉਂ, ਕੀ ਜੁਰਮ ਕੀਤਾ ਹੈ ਮੇਰੇ ਭਾਈ ਨੇ? ਪੁਲਿਸ ਵਾਲੇ ਨੇ ਕਿਹਾ, ਜੁਰਮ ਤਾਂ ਅਸੀਂ ਥਾਣੇ ਚੱਲ ਕੇ ਦੱਸਾਂਗੇ, ਫਿਲਹਾਲ ਉਸ ਨੂੰ ਬਾਹਰ ਕੱਢੋ। ਰੌਲਾ ਸੁਣ ਕੇ ਮੰਮੀ ਵੀ ਬਾਹਰ ਆ ਗਈ। ਸੰਦੀਪ ਨੂੰ ਪੁਲਿਸ ਹਵਾਲੇ ਕਰਨ ਵਿੱਚ ਸਾਨੂੰ ਬਹੁਤ ਸਮਾਂ ਲੱਗਿਆ, ਕਿਉਂਕਿ ਮੰਮੀ ਉਸ ਨੂੰ ਜਾਣ ਨਹੀਂ ਦੇ ਰਹੀ ਸੀ, ਜਦੋਂ ਕਿ ਪੁਲਿਸ ਵਾਲੇ ਬਹੁਤ ਗੁੱਸੇ ਵਿੱਚ ਸੀ। ਉਹ ਉਸ ਨੂੰ ਲੈ ਕੇ ਥਾਣੇ ਚਲੇ ਗਏ। ਸਾਡਾ ਰੋ ਰੋ ਕੇ ਬੁਰਾ ਹਾਲ ਸੀ। ਮੈਂ ਵਾਰ-ਵਾਰ ਅਮਿਤ ਨੂੰ ਫੋਨ ਕਰ ਰਹੀ ਸੀ, ਪਰ ਉਹ ਫੋਨ ਨਹੀਂ ਚੁੱਕ ਰਹੇ ਸਨ। ਸ਼ਾਮ ਤੋਂ ਰਾਤ ਹੋ ਗਈ, ਮੇਰੇ ਭਾਈ ਦਾ ਕੁਝ ਪਤਾ ਨਹੀਂ ਚੱਲਿਆ। ਰਾਤ ਨੂੰ ਅਮਿਤ ਆਪ ਹੀ ਘਰ ਆ ਗਏ। ਮੈਂ ਉਹਨਾਂ ਨੂੰ ਭਾਈ ਦੀ ਮਦਦ ਕਰਨ ਲਈ ਕਿਹਾ। ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ। ਉਹ ਕਹਿਣ ਲੱਗੇ, ਮੁਜਰਮ ਦੀ ਕੋਈ ਮਦਦ ਨਹੀਂ ਕਰ ਸਕਦਾ। ਮੈਂ ਕਿਹਾ, ਮੇਰੇ ਭਾਈ ਨੇ ਕਿਹੜਾ ਜੁਰਮ ਕੀਤਾ ਹੈ ਜੋ ਤੁਸੀਂ ਉਸ ਨੂੰ ਮੁਜਰਿਮ ਕਹਿ ਰਹੇ ਹੋ? ਉਹਨਾਂ ਨੇ ਕਿਹਾ, ਜੇਕਰ ਉਸਨੇ ਜੁਰਮ ਨਾ ਕੀਤਾ ਹੁੰਦਾ ਤਾਂ ਪੁਲਿਸ ਵਾਲੇ ਉਸ ਨੂੰ ਗ੍ਰਿਫਤਾਰ ਕਿਉਂ ਕਰਕੇ ਲੈ ਜਾਂਦੇ? ਆਪਣੇ ਪਤੀ ਦੀ ਗੱਲ ਸੁਣ ਕੇ ਮੈਂ ਵੀ ਸੋਚਾਂ ਵਿੱਚ ਪੈ ਗਈ। ਉਹਨਾਂ ਨੇ ਕਿਹਾ, ਜੇਕਰ ਤੂੰ ਮੇਰਾ ਸਾਥ ਦੇਵੇਂਗੀ ਤਾਂ ਮੈਂ ਤੈਨੂੰ ਸਾਰੀ ਸੱਚਾਈ ਦੱਸ ਦੇਵਾਂਗਾ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਕਿਹਾ, ਬਸ ਮੇਰੇ ਭਾਈ ਨੂੰ ਰਿਹਾ ਕਰਵਾ ਦਿਓ। ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਾਂਗੀ। ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਮੇਰੇ ਪਤੀ ਨੇ ਕਿਹਾ, ਤੇਰੇ ਭਾਈ ਨੂੰ ਮੈਂ ਹੀ ਥਾਣੇ ਤੱਕ ਪਹੁੰਚਾਇਆ ਹੈ ਅਤੇ ਮੈਂ ਹੀ ਰਿਹਾਈ ਕਰਵਾ ਸਕਦਾ ਹਾਂ, ਪਰ ਹਾਲੇ ਕੁਝ ਸਮਾਂ ਲੱਗੇਗਾ। ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ, ਮੇਰੇ ਭਾਈ ਨਾਲ ਤੁਹਾਡੀ ਕੀ ਦੁਸ਼ਮਣੀ ਸੀ ਜੋ ਤੁਸੀਂ ਅਜਿਹਾ ਕੀਤਾ? ਉਹਨਾਂ ਨੇ ਕਿਹਾ, ਜੇਕਰ ਤੂੰ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣੇਂਗੀ ਤਾਂ ਤੈਨੂੰ ਸਭ ਸਮਝ ਆ ਜਾਵੇਗਾ। ਉਹਨਾਂ ਨੇ ਕਿਹਾ, ਦੇਖ, ਤੈਨੂੰ ਤਾਂ ਪਤਾ ਹੈ ਕਿ ਮੈਂ ਆਪਣੇ ਦੇਸ਼ ਦੇ ਜ਼ਿਆਦਾਤਰ ਜੰਗਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਦੇਸ਼ ਦੇ ਦੁਰਲੱਭ ਜਾਨਵਰਾਂ ਦੀ ਹਿਫਾਜ਼ਤ ਕਰਾਂ, ਪਰ ਕੁਝ ਲੋਕ ਪੈਸਿਆਂ ਦੀ ਖਾਤਰ ਆਪਣੇ ਹੀ ਦੇਸ਼ ਦੇ ਇਹਨਾਂ ਜਾਨਵਰਾਂ ਨੂੰ ਬਾਹਰ ਭੇਜ ਦਿੰਦੇ ਹਨ। ਇੱਥੋਂ ਦੇ ਵੱਡੇ ਗਰੁੱਪ ਉਹਨਾਂ ਨੂੰ ਮਹਿੰਗੇ ਭਾਅ ਵਿੱਚ ਬਾਹਰ ਵੇਚ ਦਿੰਦੇ ਹਨ। ਇਹ ਸਭ ਕੁਝ ਬੜੇ ਗੁਪਤ ਤਰੀਕੇ ਨਾਲ ਹੋ ਰਿਹਾ ਹੈ। ਤੇਰਾ ਭਾਈ ਬਸ ਕਿਸੇ ਦਾ ਮੋਹਰਾ ਬਣਿਆ ਹੋਇਆ ਹੈ। ਉਹ ਕੀਮਤੀ ਹਾਥੀ ਦੰਦ ਅਤੇ ਹੋਰ ਜਾਨਵਰ ਇਕੱਠੇ ਕਰਕੇ ਦੂਜੇ ਸ਼ਹਿਰਾਂ ਤੱਕ ਪਹੁੰਚਾਉਂਦਾ ਹੈ। ਜਦੋਂ ਮੈਂ ਉਸ ਨੂੰ ਦੱਸਿਆ ਕਿ ਤੂੰ ਇਹ ਸਭ ਕੁਝ ਗਲਤ ਕਰ ਰਿਹਾ ਹੈ ਤਾਂ ਉਸਨੇ ਮੇਰੇ ਮਾਮੇ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਉਹ ਉਸ ਦੀ ਸਿਫਾਰਸ਼ ਕਰਨ। ਮੈਨੂੰ ਉਦੋਂ ਤੱਕ ਤੇਰੇ ਭਾਈ ਦੇ ਅਸਲ ਕੰਮ ਦਾ ਪਤਾ ਨਹੀਂ ਸੀ, ਪਰ ਜਦੋਂ ਮਾਮਾ ਜੀ ਨੇ ਦੱਸਿਆ ਕਿ ਤੇਰਾ ਭਾਈ ਇੱਕ ਗੈਰ ਕਾਨੂੰਨੀ ਕੰਮ ਕਰ ਰਿਹਾ ਹੈ ਤਾਂ ਮੈਂ ਸੋਚ ਲਿਆ ਕਿ ਮੈਂ ਇਸ ਰਿਸ਼ਤੇ ਦਾ ਖਿਆਲ ਨਹੀਂ ਕਰਾਂਗਾ, ਬਲਕਿ ਸਿਰਫ ਤੇ ਸਿਰਫ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗਾ। ਚਾਹੇ ਕੁਝ ਵੀ ਹੋ ਜਾਵੇ, ਮੈਂ ਪਿੱਛੇ ਨਹੀਂ ਹਟਾਂਗਾ। ਪਰ ਗੱਲ ਇਹ ਹੈ ਕਿ ਮੈਨੂੰ ਚੰਗੀ ਤਰ੍ਹਾਂ ਨਹੀਂ ਪਤਾ ਸੀ ਕਿ ਤੇਰਾ ਭਾਈ ਇਸ ਕੰਮ ਵਿੱਚ ਸ਼ਾਮਿਲ ਹੈ ਜਾਂ ਨਹੀਂ। ਜਦੋਂ ਮੈਂ ਬਹਾਨੇ ਨਾਲ ਤੈਨੂੰ ਘਰ ਭੇਜਿਆ ਅਤੇ ਤੇਰੇ ਤੋਂ ਇੱਥੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਕੁਝ ਖਾਸ ਪਤਾ ਨਾ ਚੱਲਿਆ। ਤਾਂ ਮੈਂ ਆਪਣੇ ਆਫਿਸ ਦੀ ਇੱਕ ਕੁੜੀ ਨੂੰ ਭੇਜਿਆ ਤਾਂ ਜੋ ਪੂਰੀ ਤਹਿਕੀਕਾਤ ਕਰ ਸਕੇ। ਉਸਨੇ ਘਰ ਦਾ ਕੋਣਾ-ਕੋਣਾ ਸਫਾਈ ਦੇ ਬਹਾਨੇ ਛਾਣ ਮਾਰਿਆ, ਪਰ ਕਿਤੇ ਵੀ ਉਹ ਹਾਥੀ ਦੇ ਦੰਦ ਨਹੀਂ ਮਿਲੇ ਜਿਨ੍ਹਾਂ ਦਾ ਜ਼ਿਕਰ ਮੈਨੂੰ ਮਾਮਾ ਜੀ ਨੇ ਕੀਤਾ ਸੀ। ਮੈਂ ਉਦਾਸ ਹੋ ਗਿਆ ਸੀ ਅਤੇ ਸੋਚਿਆ ਕਿ ਸ਼ਾਇਦ ਹੁਣ ਕਦੇ ਵੀ ਕੋਈ ਸਬੂਤ ਇਕੱਠਾ ਨਹੀਂ ਕਰ ਸਕਾਂਗਾ। ਮਾਮਲਾ ਬਹੁਤ ਨਾਜ਼ੁਕ ਸੀ, ਇਸ ਲਈ ਮੈਂ ਜਲਦਬਾਜ਼ੀ ਨਹੀਂ ਕੀਤੀ। ਫਿਰ ਤੂੰ ਉਸ ਦਿਨ ਤਾਂਤਰਿਕ ਬਾਬੇ ਦਾ ਜ਼ਿਕਰ ਕੀਤਾ ਕਿ ਤੁਹਾਨੂੰ ਕਿਸੇ ਤਾਂਤਰਿਕ ਦੀ ਤਲਾਸ਼ ਹੈ, ਤਾਂ ਮੈਂ ਆਪਣਾ ਹੀ ਇੱਕ ਬੰਦਾ ਤਾਂਤਰਿਕ ਦੇ ਰੂਪ ਵਿੱਚ ਤੁਹਾਡੇ ਘਰ ਭੇਜ ਦਿੱਤਾ। ਉਸਨੇ ਜਾ ਕੇ ਅੰਦਾਜ਼ਾ ਲਗਾਇਆ ਕਿ ਤੇਰਾ ਭਾਈ ਹੱਥ ਦੇ ਦੰਦ ਹਰ ਵੇਲੇ ਆਪਣੇ ਕੋਲ ਰੱਖਦਾ ਹੈ। ਉਹ ਬਹੁਤ ਚਲਾਕ ਸੀ। ਜਦੋਂ ਤੋਂ ਤੂੰ ਇਸ ਘਰ ਵਿੱਚ ਆਈ ਹੈ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਸ਼ਾਇਦ ਤੂੰ ਉਸ ਦੀ ਜਾਸੂਸੀ ਕਰਨ ਆਈ ਹੋਵੇਂਗੀ। ਉਹ ਆਪਣੀਆਂ ਕੁਝ ਗੱਲਾਂ ਵਿੱਚ ਜ਼ਾਹਰ ਕਰ ਚੁੱਕਿਆ ਹੈ ਕਿ ਉਹ ਤੇਰੇ ਉੱਪਰ ਯਕੀਨ ਨਹੀਂ ਕਰਦਾ, ਕਿਉਂਕਿ ਤੂੰ ਇੱਕ ਜੰਗਲਾਤ ਅਧਿਕਾਰੀ ਦੀ ਪਤਨੀ ਹੈ। ਪਰ ਤੂੰ ਆਪਣੇ ਭਾਈ ਨੂੰ ਸ਼ਾਇਦ ਜ਼ਿਆਦਾ ਪਿਆਰ ਕਰਦੀ ਸੀ, ਜਾਂ ਤੂੰ ਇਸ ਗੱਲ ਨੂੰ ਸਹੀ ਤਰੀਕੇ ਨਾਲ ਮੇਰੇ ਤੱਕ ਪਹੁੰਚਾ ਨਹੀਂ ਸਕੀ। ਖੈਰ, ਤਾਂਤਰਿਕ ਦੇ ਜਾਣ ਤੋਂ ਬਾਅਦ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਤੇਰੇ ਭਾਈ ਨੇ ਉਹ ਹਾਥੀ ਦੰਦ ਕਿੱਥੇ ਰੱਖੇ ਹਨ। ਇਸ ਲਈ ਉਸ ਦਿਨ ਮੈਂ ਆਪ ਆਇਆ, ਉਹਨਾਂ ਦੰਦਾਂ ਨੂੰ ਛੋਟੇ-ਛੋਟੇ ਥੈਲਿਆਂ ਵਿੱਚੋਂ ਕੱਢ ਕੇ ਇੱਕ ਵੱਡੇ ਕੰਟੇਨਰ ਵਿੱਚ ਪਾਇਆ ਅਤੇ ਗੱਡੀ ਵਿੱਚ ਰੱਖ ਕੇ ਆਪਣੇ ਡਿਪਾਰਟਮੈਂਟ ਲੈ ਗਿਆ। ਉੱਥੇ ਜਾ ਕੇ ਮੈਂ ਪੁਲਿਸ ਨੂੰ ਰਿਪੋਰਟ ਕੀਤੀ। ਉਹਨਾਂ ਦੰਦਾਂ ਨੂੰ ਅਤੇ ਹੋਰ ਕੀਮਤੀ ਜਾਨਵਰਾਂ ਨੂੰ ਇਸ ਦੇਸ਼ ਤੋਂ ਬਾਹਰ ਲੈ ਜਾਣ ਲਈ ਸਖਤ ਤੋਂ ਸਖਤ ਸਜ਼ਾ ਮਿਲਦੀ ਹੈ। ਇੱਕ ਹਾਥੀ ਦੰਦ ਫੜੇ ਜਾਣ 'ਤੇ ਤੁਹਾਨੂੰ ਲੱਖਾਂ ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਅਤੇ ਤੇਰੇ ਭਾਈ ਨੇ ਤਾਂ ਇੱਕ ਨਹੀਂ ਦਰਜਨਾਂ ਰੱਖੇ ਹੋਏ ਸਨ।
ਇਸ ਹਿਸਾਬ ਨਾਲ ਤਾਂ ਤੁਹਾਨੂੰ ਪਤਾ ਨਹੀਂ ਕਿੰਨੇ ਰੁਪਏ ਜੁਰਮਾਨੇ ਦੇ ਤੌਰ ਤੇ ਭਰਨੇ ਪੈਣਗੇ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਦੀ ਸਜ਼ਾ ਘੱਟ ਕਰਵਾ ਸਕਾਂ। ਅਮਿਤ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਚਕਰਾ ਗਿਆ। ਮੈਂ ਉਹਨਾਂ ਨਾਲ ਬਹੁਤ ਗੁੱਸੇ ਨਾਲ ਗੱਲ ਕੀਤੀ ਸੀ, ਪਰ ਬਹੁਤ ਦੇਰ ਬਾਅਦ ਮੈਂ ਇਹ ਸਮਝਣ ਵਿੱਚ ਕਾਮਯਾਬ ਹੋ ਗਈ ਕਿ ਗਲਤੀ ਮੇਰੇ ਪਤੀ ਦੀ ਨਹੀਂ ਬਲਕਿ ਮੇਰੇ ਭਾਈ ਦੀ ਸੀ। ਉਸ ਨੂੰ ਇਹ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਚਾਹੀਦਾ ਸੀ। ਜੇਕਰ ਕੋਈ ਅਜਿਹਾ ਮਾਮਲਾ ਹੈ ਵੀ ਸੀ ਤਾਂ ਮੇਰੇ ਪਤੀ ਦੇ ਮਾਮਾ ਜੀ ਨੂੰ ਸਿਫਾਰਿਸ਼ ਕਰਨ ਦੀ ਕੀ ਜ਼ਰੂਰਤ ਸੀ। ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਆਪਣੇ ਪਤੀ ਦਾ ਸਾਥ ਦੇਵਾਂ ਜਾਂ ਆਪਣੇ ਭਾਈ ਦਾ। ਜਲਦੀ ਹੀ ਇਹ ਗੱਲ ਮੇਰੇ ਪੇਕਿਆਂ ਵਿੱਚ ਫੈਲ ਗਈ ਅਤੇ ਉਹਨਾਂ ਨੇ ਮੇਰੇ ਉੱਪਰ ਦਬਾਅ ਪਾਇਆ ਕਿ ਮੈਂ ਆਪਣੇ ਪਤੀ ਨੂੰ ਕਹਿ ਕੇ ਆਪਣੇ ਭਾਈ ਨੂੰ ਰਿਹਾ ਕਰਵਾਵਾਂ, ਪਰ ਮੇਰੇ ਵੱਸ ਵਿੱਚ ਕੁਝ ਵੀ ਨਹੀਂ ਸੀ। ਤਾਂ ਮੈਂ ਇੱਕ ਫੈਸਲਾ ਲਿਆ ਜਿਸ ਨਾਲ ਨਾ ਮੇਰੇ ਭਾਈ ਨੂੰ ਤਕਲੀਫ ਹੋਵੇ ਅਤੇ ਨਾ ਮੇਰੇ ਪਤੀ ਦੇ ਸਾਹਮਣੇ ਮੈਨੂੰ ਕਿਸੇ ਗਲਤ ਗੱਲ ਲਈ ਝੁਕਣਾ ਪਵੇ। ਮੈਂ ਆਪਣੇ ਸਾਰੇ ਗਹਿਣੇ ਵੇਚ ਦਿੱਤੇ, ਜਿਨ੍ਹਾਂ ਦੀ ਕੀਮਤ 20 ਲੱਖਾਂ ਵਿੱਚ ਸੀ, ਕਿਉਂਕਿ ਉਹ ਮੇਰੀ ਆਪਣੀ ਚੀਜ਼ ਸੀ। ਆਪਣੇ ਗਹਿਣੇ ਵੇਚ ਕੇ ਮੈਂ ਆਪਣੇ ਭਾਈ ਦਾ ਹਰਜਾਨਾ ਭਰਿਆ ਅਤੇ ਇਸ ਨੂੰ ਘਰ ਲਿਆਉਣ ਵਿੱਚ ਕਾਮਯਾਬ ਹੋ ਗਈ, ਪਰ ਉਸ ਤੋਂ ਬਾਅਦ ਮੇਰੇ ਭਾਈ ਨੇ ਕਦੇ ਮੇਰੇ ਘਰ ਦਾ ਰੁੱਖ ਨਹੀਂ ਕੀਤਾ। ਇਸ ਗੱਲ ਨੂੰ 10 ਸਾਲ ਹੋ ਚੁੱਕੇ ਹਨ। ਉਹ ਇੱਕ ਚੰਗੀ ਜਗ੍ਹਾ ਨੌਕਰੀ ਕਰਦਾ ਹੈ। ਉਸ ਦੀ ਕਾਮਯਾਬੀ ਦੀ ਯਾਤਰਾ ਹੁਣ ਤਕਰੀਬਨ ਸ਼ੁਰੂ ਹੋ ਚੁੱਕੀ ਹੈ, ਪਰ ਉਹ ਹਾਲੇ ਵੀ ਮੇਰੇ ਘਰ ਆਉਣ ਤੋਂ ਕਤਰਾਉਂਦਾ ਹੈ। ਹੁਣ ਤੁਸੀਂ ਦੱਸੋ, ਮੇਰਾ ਕੀ ਕਸੂਰ ਹੈ? ਭੈਣਾਂ ਤਾਂ ਹਮੇਸ਼ਾ ਭਾਈਆਂ ਦੀ ਮਦਦ ਕਰਨਾ ਚਾਹੁੰਦੀਆਂ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਆਪਣੇ ਘਰ ਨੂੰ ਵੀ ਬਰਬਾਦ ਕਰ ਦੇਣ। ਮੈਨੂੰ ਦੱਸੋ, ਮੇਰਾ ਕੀ ਕਸੂਰ ਹੈ? ਮੈਂ ਕੀ ਕਰਾਂ? ਮੈਂ ਆਪਣੇ ਭਾਈ ਨੂੰ ਕਿਵੇਂ ਮਨਾਵਾਂ? ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।